ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਭਾਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਕੋਰੋਨਾ ਟੀਕੇ ਨੂੰ ਮਿਲੀ ਮਨਜ਼ੂਰੀ, ਹੈਲਥ ਕੈਨੇਡਾ ਨੇ ਦਿੱਤੀ ਹਰੀ ਝੰਡੀ। ਬ੍ਰਿਟੇਨ ਦੇ ਵਿੱਚ ਟੀਕੇ ਬਾਰੇ ਅਲਰਟ ਹੋਇਆ ਜਾਰੀ, 2 ਲੋਕ ਹੋਏ ਟੀਕੇ ਕਾਰਨ ਬਿਮਾਰ। BC ਵਾਸੀਆਂ ਦੇ ਲਈ ਰਾਹਤ ਦੀ ਖਬਰ, ਹੁਣ ਮਿਲੇਗਾ ਰਿਕਵਰੀ ਬੈਨੀਫਿਟ। ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, 5000 ਉਮੀਦਵਾਰਾਂ ਨੂੰ ਮਿਲਿਆ ਸੱਦਾ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਮਾਮਲੇ ਸਾਹਮਣੇ। ਸ਼ੁਰੂਆਤ ਕਰਦੇ ਹਾਂ ਅੱਜ ਦੀ ਸਭ ਤੋਂ ਵੱਡੀ ਖਬਰ ਦੇ ਨਾਲ। ਆਖਿਰਕਾਰ ਕੈਨੇਡਾ ਦੇ ਵਿੱਚ ਕੋਵਿਡ-19 ਵੈਕਸੀਨ ਦੀ ਉਡੀਕ ਖਤਮ ਹੋ ਗਈ ਹੈ, ਕਿਉਂਕਿ ਹੈਲਥ ਕੈਨੇਡਾ ਵੱਲੋਂ ਫਾਈਜ਼ਰ ਵੈਕਸੀਨ ਨੂੰ ਜਾਣੀ ਕਿ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 2 ਮਹੀਨਿਆਂ ਤੱਕ ਇਸ ਟੀਕੇ ਨੂੰ ਰਿਵਿਊ ਕੀਤਾ ਗਿਆ। ਰਿਵਿਊ ਕਰਨ ਤੋਂ ਬਾਅਦ ਅੱਜ ਇਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਖਬਰ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਕਿਹੜੇ ਜਗ੍ਹਾ ਦੇ ਵਿੱਚ ਸਭ ਤੋਂ ਪਹਿਲਾਂ ਇਹ ਟੀਕਾ ਪਹੁੰਚਾਇਆ ਜਾਏਗਾ, ਕਿਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਇਹ ਵੈਕਸੀਨੇਸ਼ਨ ਦਿੱਤੀ ਜਾਏਗੀ। ਇਹ तमाम ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਕੈਨੇਡਾ ਵਾਸੀਆਂ ਦੇ ਲਈ ਵੈਕਸੀਨ ਬਾਰੇ ਵਿੱਚ ਰਾਹਤ ਦੀ ਖਬਰ ਸਾਹਮਣੇ ਆਈ ਹੈ। ਹੈਲਥ ਕੈਨੇਡਾ ਵੱਲੋਂ ਫਾਈਜ਼ਰ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜੀ ਹਾਂ, ਕੈਨੇਡਾ ਦੇ ਵਿੱਚ ਹੁਣ ਕੋਰੋਨਾ ਟੀਕੇ ਨੂੰ ਹਰੀ ਝੰਡੀ ਦਿੱਤੀ ਗਈ ਹੈ। 2 ਮਹੀਨਿਆਂ ਦੇ ਰਿਵਿਊ ਤੋਂ ਬਾਅਦ ਅਤੇ ਕੰਪਨੀ ਦੇ ਕਲੀਨਿਕਲ ਟ੍ਰਾਇਲ ਡੇਟਾ ਨੂੰ ਦੇਖਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਰੈਗੂਲੇਟਰਸ ਨੇ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਇਸ ਦੀ ਵਰਤੋਂ ਦੇ ਲਈ ਇਹ ਬਿਲਕੁਲ ਸੇਫ ਹੈ ਅਤੇ ਇਸ ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਦਾ ਟੀਕਾ 95% ਅਸਰਦਾਰ ਹੈ। ਹਾਲ ਹੀ ਦੇ ਵਿੱਚ ਪ੍ਰੈਸ ਕਾਨਫਰੰਸ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਨੂੰ ਇਸ ਸਾਲ ਦੇ ਐਂਡ ਤੋਂ ਪਹਿਲਾਂ ਕਈ 100,000 ਡੋਜ਼ਸ ਮਿਲ ਜਾਣਗੀਆਂ ਤੇ ਪਹਿਲ ਦੇ ਆਧਾਰ ਤੇ ਇਹ ਲੌਂਗ ਟਰਮ ਕੇਅਰ ਹੋਮ ਰੈਜ਼ੀਡੈਂਟਸ ਅਤੇ ਸਟਾਫ ਨੂੰ, ਜਾਣੀ ਕਿ ਇਹਨਾਂ ਦੇ ਵਿੱਚ ਹੈਲਥ ਵਰਕਰਸ ਵੀ ਸ਼ਾਮਿਲ ਹਨ, ਉਹਨਾਂ ਨੂੰ ਦਿੱਤਾ ਜਾਵੇਗਾ। ਮਿਲਟਰੀ ਕਮਾਂਡਰ ਮੇਜਰ ਜਨਰਲ ਡੈਨੀ ਫੋਰਟਨ, ਜੋ ਇਸ ਵੈਕਸੀਨੇਸ਼ਨ ਲੌਜਿਸਟਿਕਸ ਨੂੰ ਲੀਡ ਕਰ ਰਹੇ ਹਨ, ਉਹਨਾਂ ਨੇ ਕਿਹਾ ਸੀ ਕਿ ਜਿਵੇਂ ਹੀ ਟੀਕਾ ਅਪਰੂਵ ਹੁੰਦਾ ਹੈ ਤਾਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਾਈਜ਼ਰ ਸ਼ਾਟਸ ਨੂੰ 80 ਸੈਲਸੀਅਸ ਅਤੇ 60 ਸੈਲਸੀਅਸ ਤੇ ਸਟੋਰ ਕੀਤਾ ਜਾ ਸਕਦਾ ਹੈ। ਕੈਨੇਡਾ ਨੂੰ ਪਹਿਲੀ ਡਿਲੀਵਰੀ ਅਗਲੇ ਹਫ਼ਤੇ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। 2,49,000 ਡੋਜ਼ਸ ਪਹਿਲਾਂ ਮਿਲਣਗੀਆਂ, ਜੋ ਐਲਬਰਟਾ, ਮੈਨੀਟੋਬਾ, ਓਨਟਾਰੀਓ, ਕਿਊਬੈਕ ਦੇ ਵਿੱਚ ਪਹਿਲਾਂ ਪਹੁੰਚਣਗੀਆਂ, ਕਿਉਂਕਿ ਇੱਥੇ ਸਭ ਤੋਂ ਵੱਧ ਕੋਵਿਡ-19 ਦਾ ਪ੍ਰਭਾਵ ਹੈ। ਇਸ ਟੀਕੇ ਦਾ ਟੈਂਪਰੇਚਰ ਸੈਂਸਿਟਿਵ ਹੋਣ ਕਰਕੇ ਇਹ ਸਿੱਧਾ 14 ਪੁਆਇੰਟਸ ਨੂੰ ਸ਼ਿਪ ਕੀਤਾ ਜਾਵੇਗਾ। ਇਹ ਡਿਸਟ੍ਰੀਬਿਊਸ਼ਨ ਸੈਂਟਰਸ ਕਿਹੜੇ ਹਨ, ਇਹਨਾਂ ਦੀ ਜਾਣਕਾਰੀ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਸੋ ਆਖਿਰਕਾਰ ਕੈਨੇਡਾ ਵਾਸੀਆਂ ਦੀ ਕੋਵਿਡ-19 ਵੈਕਸੀਨ ਦੀ ਉਡੀਕ ਖਤਮ ਹੋਈ ਹੈ ਤੇ ਇਹ ਟੀਕਾ ਕੈਨੇਡਾ ਵਾਸੀਆਂ ਨੂੰ ਮਿਲਣ ਜਾ ਰਿਹਾ ਹੈ। I'm here to talk to you about Health Canada's authorization of the first COVID-19 vaccine in Canada, manufactured by Pfizer and BioNTech. This is a critical milestone in our fight against COVID-19 and in our efforts to provide every Canadian with access to a vaccine. Canadians can have confidence in our rigorous review process and that the vaccine was authorized only after a thorough assessment of the evidence demonstrated that it met Health Canada's strict standards for safety, efficacy, and quality. I'd like to describe what this Health Canada authorization means and, importantly, what information we've made publicly available to summarize the science and evidence that formed the basis of this decision. Health Canada approved this vaccine through an interim order pathway that allowed us to accelerate the overall review process while still applying our rigorous standards for safety, efficacy, and quality and making our decision based only on science and evidence. We accepted and assessed information from Pfizer-BioNTech as it became available during the product development process. This rolling review shortens the time it takes to authorize a new vaccine. The review involved a dedicated team of our most experienced reviewers with expertise in a wide variety of scientific domains, including clinical medicine, biochemistry, immunology, and other disciplines relevant to the development, testing, manufacturing, and quality control of vaccines. We concluded that there was strong evidence supporting that the benefits of the vaccine outweighed the risks, and the manufacturer can scale up production while providing consistent assurance of quality. Once the vaccine is in use, Health Canada and the Public Health Agency of Canada will closely monitor for any adverse events, both in Canada and abroad, and will take action if any safety concerns arise. As part of its authorization, Pfizer-BioNTech is required to continuously monitor the use of the vaccine and report any side effects or new safety concerns to Health Canada. We know that even the best vaccines will only be effective if people trust them and ultimately agree to receive them. An important part of the building trust is openness and transparency, ensuring that people have as much information as possible to help them make informed decisions for themselves and for those they care for.
ਕੈਨੇਡਾ ਦੇ ਅਲੱਗ-ਅਲੱਗ ਪ੍ਰੋਵਿੰਸਸ ਦੇ ਵਿੱਚ ਮੁੜ ਤੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਸਖਤੀਆਂ ਕਰੋਨਾ ਦੇ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਦੇਖਦਿਆਂ ਕੀਤੀਆਂ ਜਾ ਰਹੀਆਂ ਨੇ। ਸੋ ਐਲਬਰਟਾ ਦੇ ਵਿੱਚ ਵੀ ਆਊਟਡੋਰ ਗੈਦਰਿੰਗ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਰੈਸਟੋਰੈਂਟ ਜਿਹੜੇ ਨੇ ਉਹਨਾਂ ਨੂੰ ਬੰਦ ਰੱਖਿਆ ਜਾਏਗਾ, ਉੱਥੇ ਬੈਠ ਕੇ ਤੁਸੀਂ ਖਾ ਪੀ ਨਹੀਂ ਸਕੋਗੇ। ਤੇ ਇਸ ਵਾਰ ਦੀ ਜਿਹੜੀ ਕ੍ਰਿਸਮਸ ਹੈ ਐਲਬਰਟਾ ਵਾਸੀਆਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਮਨਾਉਣੀ ਪਏਗੀ। ਇਸ ਖਬਰ ਦੇ ਵਿੱਚ ਪੂਰੀ ਡੀਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਹਨਾਂ ਚੀਜ਼ਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ, ਜੇਕਰ ਇਕੱਠ ਹੋ ਸਕਦਾ ਹੈ ਇੰਡੋਰ ਤਾਂ ਕਿੰਨੇ ਜਾਣਿਆਂ ਦਾ ਹੋ ਸਕਦਾ ਹੈ। ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਇਸ ਖਬਰ 'ਚ ਸਾਂਝੀ ਕਰਾਂਗੇ। ਕੋਵਿਡ-19 ਮਾਮਲਿਆਂ ਦਾ ਕੈਨੇਡਾ ਦੇ ਵਿੱਚ ਵਧਣਾ ਲਗਾਤਾਰ ਜਾਰੀ ਹੈ। ਅਜਿਹੇ ਦੇ ਵਿੱਚ ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਕੈਨੇਡੀਅਨ ਸੂਬੇ ਐਲਬਰਟਾ ਨੇ ਸਖਤ ਕਦਮ ਚੁੱਕਿਆ ਹੈ। ਪ੍ਰੀਮੀਅਰ ਜੇਸਨ ਕੈਨੀ ਵੱਲੋਂ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਇੱਥੇ ਆਊਟਡੋਰ ਗੈਦਰਿੰਗ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਐਲਬਰਟਾ ਦੇ ਲੋਕਾਂ ਨੂੰ ਕ੍ਰਿਸਮਸ ਵੀ ਆਪਣੇ ਘਰਾਂ ਦੇ ਵਿੱਚ ਹੀ ਮਨਾਉਣੀ ਪਵੇਗੀ। 13 ਦਸੰਬਰ ਤੋਂ ਕਸੀਨੋ, ਜਿਮ ਬੰਦ ਰਹਿਣਗੇ ਅਤੇ ਰੈਸਟੋਰੈਂਟ, ਕੈਫੇ ਤੇ ਬਾਰਸ ਦੇ ਵਿੱਚ ਬੈਠ ਕੇ ਖਾਣ ਪੀਣ ਦੇ ਉੱਪਰ ਮਨਾਹੀ ਰਹੇਗੀ। ਹੇਅਰ ਅਤੇ ਨੇਲ ਸੈਲੂਨ ਵੀ ਬੰਦ ਰੱਖੇ ਜਾਣਗੇ। ਵਰਕ ਫਰੋਮ ਹੋਮ ਜਾਣੀ ਕਿ ਲੋਕਾਂ ਨੂੰ ਘਰਾਂ ਤੋਂ ਹੀ ਕੰਮ ਕਰਨਾ ਪਵੇਗਾ। ਪ੍ਰੀਮੀਅਰ ਨੇ ਕਿਹਾ ਕਿ ਬਾਹਰ ਭੀੜ ਇਕੱਠੀ ਕਰਨ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਇੱਥੋਂ ਦੇ ਸਿਹਤ ਮੰਤਰੀ ਟਾਇਲਰ ਨੇ ਕਿਹਾ ਕਿ ਜੋ ਲੋਕ ਇਕੱਲੇ ਰਹਿੰਦੇ ਹਨ ਉਹ 2 ਨੇੜਲੇ ਲੋਕਾਂ ਦੇ ਨਾਲ ਬਾਹਰ ਨਿਕਲ ਸਕਦੇ ਹਨ। ਇਹ ਨਿਯਮ 4 ਹਫ਼ਤਿਆਂ ਤੱਕ ਜਾਰੀ ਰਹਿਣਗੇ ਅਤੇ ਜਿਹੜੇ ਲੋਕ ਇਕੱਲੇ ਰਹਿ ਰਹੇ ਹਨ ਉਹ 2 ਕਰੀਬੀ ਲੋਕਾਂ ਦੇ ਨਾਲ ਕ੍ਰਿਸਮਸ ਮਨਾ ਸਕਦੇ ਨੇ। ਐਲਬਰਟਾ ਦੇ ਵਿੱਚ ਕੋਰੋਨਾ ਵਾਇਰਸ ਦੇ ਕੱਲ 1727 ਨਵੇਂ ਮਾਮਲੇ ਸਾਹਮਣੇ ਆਏ ਅਤੇ ਹੁਣ ਤੱਕ 72,028 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਤਕਰੀਬਨ 4,30,000 ਦੇ ਕਰੀਬ ਪੁੱਜ ਗਈ ਹੈ। 12,800 ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੱਸ ਦਈਏ ਕਿ ਐਕਸਪਰਟਸ ਨੇ ਚਿੰਤਾ ਪ੍ਰਗਟ ਕੀਤੀ ਸੀ ਕਿ ਐਲਬਰਟਾ ਦੇ ਵਿੱਚ ਕ੍ਰਿਸਮਸ ਤੱਕ ਕੋਰੋਨਾ ਦੇ ਰੋਜ਼ਾਨਾ ਮਾਮਲੇ 4,000 ਤੋਂ ਵੱਧ ਦਰਜ ਕੀਤੇ ਜਾ ਸਕਦੇ ਨੇ। ਇਸ ਦੇ ਲਈ ਪ੍ਰੀਮੀਅਰ ਨੇ ਸਖਤ ਕਦਮ ਚੁੱਕਿਆ ਹੈ। Let me say a word about Christmas. For many of us, I suspect for most Albertans, Christmas is the most important time of the year. It's the symbolic heart of family life and of treasured memories. And Lord knows we all need the loving presence of family and friends at the end of this terrible year now more than ever. But here is the hard truth. Clearly, the biggest single source of viral transmission is at home gatherings. It's when we let our guard down. It's when we relax with people that we are close to, and it's when transmission most easily happens. And so if we relax the public health measures to permit large family gatherings in just 3 weeks' time, we will, without a shadow of a doubt, see a large increase in hospitalizations and fatalities. We simply cannot let this Christmas turn into a tragedy for many families. And so with great reluctance, we are asking Albertans to limit their holiday gatherings to the members of their household or to too close contacts for people who live by themselves. Before I close, I know how devastating today's announcement and these measures are for tens of thousands of small business owners who have been coping through an impossibly difficult year, for hundreds of thousands of their employees and so many others who have found themselves without work. Let me say this is not their fault. This isn't the fault of any business operator or employee who so carefully followed the guidelines. The truth is this, that until our contact tracing system was overwhelmed about 3 weeks ago, we saw very small traceable cases to the hospitality industry. We saw none since June in casinos that employ thousands of people. We saw none in hair salons. And 2 weeks ago, I thanked operators like those for the great care that they have taken for their staff and clients. But we are now at a place where viral transmission is so widespread in the community that it does not any longer matter how careful business operators are, because community transmission means that staff and clients, the general public, represent a risk of transmission. We are now at a point where we simply must take these, frankly, dramatic measures
to reduce general social interaction. It's the only way we can get on top of this and to prevent a doubling and then a doubling again of the demands on our healthcare system to a point that would become unsustainable. So these are decisions that we have arrived at not as a first resort, but as a last resort to protect lives and to preserve our healthcare system. Having said that, we recognize that the very real impact this will have on so many employers, on jobs, on small and medium-sized businesses in particular. And so our cabinet has also decided massively to expand urgent financial support, particularly for small and medium-sized enterprises. We are tripling immediately the Small and Medium Enterprise Relaunch Grant from $5,000, actually we're quadrupling it to $20,000, while at the same time lowering the eligibility threshold to qualify for the grant from 40% of revenues lost to 30%. ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਉਹਨਾਂ ਨੂੰ ਰਿਕਵਰੀ ਬੈਨੀਫਿਟ ਦਿੱਤਾ ਜਾਏਗਾ। ਇਸ ਦੇ ਲਈ ਐਪਲੀਕੇਸ਼ਨਸ ਦੀ ਸ਼ੁਰੂਆਤ ਜਲਦ ਹੀ ਕੀਤੀ ਜਾਏਗੀ। ਪ੍ਰੀਮੀਅਰ ਜੌਨ ਹੌਰਗਨ ਵੱਲੋਂ ਇਸ ਦੇ ਨਾਲ ਸੰਬੰਧਿਤ ਅਪਡੇਟ ਸਾਂਝੀ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਹੈ, ਦਰਅਸਲ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਬਹੁਤ ਸਾਰੇ ਪਰਿਵਾਰ ਹੁੰਦੇ ਨੇ ਜਿਹੜੇ ਆਮ ਜਿਹੜੇ ਤਿਉਹਾਰ ਦੇ ਦਿਨ ਨੇ ਉੱਥੇ ਵੀ ਪਰਿਵਾਰ ਦਾ ਜਿਹੜਾ ਘਰ ਦਾ ਗੁਜ਼ਾਰਾ ਕਰਨਾ ਉਹਨਾਂ ਦੇ ਲਈ ਮੁਸ਼ਕਿਲ ਹੁੰਦਾ ਹੈ, ਪਰ ਇਸ ਸਮੇਂ ਹਾਲਾਤ ਤਾਂ ਕੋਵਿਡ-19 ਵਾਇਰਸ ਦੇ ਬਣੇ ਹੋਏ ਨੇ। ਅਜਿਹੇ ਦੇ ਵਿੱਚ ਇਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਉਹਨਾਂ ਵੱਲੋਂ ਰਿਕਵਰੀ ਬੈਨੀਫਿਟ ਦਿੱਤਾ ਜਾ ਰਿਹਾ। ਸੋ ਕੌਣ ਇਸ ਦੇ ਲਈ ਇਹ ਬੈਨੀਫਿਟ ਲੈ ਸਕਦੇ ਨੇ, ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਇਸ ਵਿੱਚ ਖਬਰ 'ਚ ਸਾਂਝੀ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਹੁਣ ਰਿਕਵਰੀ ਬੈਨੀਫਿਟ ਮਿਲੇਗਾ। $1,000 ਦੇ ਬ੍ਰਿਟਿਸ਼ ਕੋਲੰਬੀਆ ਰਿਕਵਰੀ ਬੈਨੀਫਿਟ ਦੇ ਲਈ ਐਪਲੀਕੇਸ਼ਨ ਦੇਣ ਦੀ ਸ਼ੁਰੂਆਤ ਜਲਦ ਹੀ ਹੋਵੇਗੀ। ਇਹ ਜਾਣਕਾਰੀ ਫਾਈਨਾਂਸ ਡਿਪਾਰਟਮੈਂਟ ਨੇ ਇੱਕ ਪ੍ਰੈਸ ਰਿਲੀਜ਼ ਦੇ ਜ਼ਰੀਏ ਸਾਂਝੀ ਕੀਤੀ ਹੈ। ਇਸ ਦੇ ਨਾਲ BC ਵਾਸੀਆਂ ਨੂੰ ਸਹਾਰਾ ਮਿਲੇਗਾ। ਬਹੁਤ ਸਾਰੇ ਪਰਿਵਾਰ ਅਤੇ ਵਿਅਕਤੀ ਸਾਲ ਦੇ ਅੰਤ ਤੱਕ ਬੈਨੀਫਿਟ ਲੈ ਸਕਦੇ ਹਨ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੇ ਕੋਵਿਡ ਦੇ ਹਾਲਾਤਾਂ ਦਾ ਮਜ਼ਬੂਤੀ ਦੇ ਨਾਲ ਸਾਹਮਣਾ ਕੀਤਾ। ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਇਹ ਬੈਨੀਫਿਟ ਲੋਕਾਂ ਤੱਕ ਜਲਦ ਹੀ ਪਹੁੰਚ ਜਾਵੇਗਾ। ਅਸੀਂ ਇਸ ਦੇ ਲਈ ਸਖਤ ਮਿਹਨਤ ਕਰ ਰਹੇ ਹਾਂ। ਇਹ ਬੈਨੀਫਿਟ ਟੈਕਸ ਫ੍ਰੀ 3.7 ਮਿਲੀਅਨ ਬ੍ਰਿਟਿਸ਼ ਕੋਲੰਬੀਅਨਸ ਦੇ ਲਈ ਲਿਆਂਦਾ ਗਿਆ ਹੈ। ਬਿੱਲ ਦੇ ਪਾਸ ਹੋਣ ਦੇ ਨਾਲ 18 ਦਸੰਬਰ ਤੋਂ ਇਸ ਦੇ ਲਈ ਅਰਜ਼ੀਆਂ ਜਾਣੀ ਕਿ ਐਪਲੀਕੇਸ਼ਨਸ ਦਿੱਤੀਆਂ ਜਾ ਸਕਣਗੀਆਂ। ਦੱਸੀਏ ਕਿ $1,000 ਅਤੇ $1,25,000 ਤੋਂ ਘੱਟ ਇਨਕਮ ਵਾਲੇ ਪਰਿਵਾਰਾਂ ਦੇ ਲਈ $1,75,000 ਤੱਕ ਕਮਾਈ ਵਾਲੇ ਪਰਿਵਾਰ ਇਸ ਬੈਨੀਫਿਟ ਦੀ ਘੱਟ ਰਕਮ ਦੇ ਲਈ ਯੋਗ ਹੋਣਗੇ। ਇਕੱਲੇ ਮਾਪੇ ਵਾਲੇ ਪਰਿਵਾਰ ਵੀ ਲਾਭ ਦੀਆਂ ਇਹਨਾਂ ਰਕਮਾਂ ਦੇ ਯੋਗ ਹੋਣਗੇ। $500 $62,500 ਤੋਂ ਘੱਟ ਕਮਾਈ ਵਾਲੇ ਸਿੰਗਲ ਲੋਕਾਂ ਦੇ ਲਈ $87,500 ਤੱਕ ਕਮਾਈ ਕਰਨ ਵਾਲੇ ਸਿੰਗਲ ਲੋਕ ਇਸ ਲਾਭ ਦੀ ਘੱਟ ਰਕਮ ਦੇ ਲਈ ਯੋਗ ਹੋਣਗੇ। ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ ਸਾਨੂੰ ਪਤਾ ਹੈ ਕਿ ਪੈਂਡੇਮਿਕ ਦੇ ਵਾਧੂ ਬੋਝ ਤੋਂ ਬਿਨਾਂ ਵੀ ਹੌਲੀਡੇ ਸੀਜ਼ਨ ਦੇ ਵਿੱਚ ਗੁਜ਼ਾਰਾ ਬਹੁਤ ਸਾਰੇ ਪਰਿਵਾਰਾਂ ਦੇ ਲਈ ਚਿੰਤਾ ਦਾ ਵਿਸ਼ਾ ਹੁੰਦਾ ਹੈ। ਇਸ ਨਾਲ ਇਹ ਫਾਇਦਾ ਹੋਵੇਗਾ ਕਿ BC ਦੇ ਪਰਿਵਾਰਾਂ ਕੋਲ ਜ਼ਰੂਰਤ ਸਮੇਂ ਖਰਚ ਕਰਨ ਦੇ ਲਈ ਐਕਸਟਰਾ ਮਨੀ ਹੋਵੇਗੀ। ਜੋ ਇਨਕਮ ਅਤੇ ਡਿਸੇਬਿਲਿਟੀ ਸਪੋਰਟ ਲੈ ਰਹੇ ਹਨ ਉਹਨਾਂ ਨੂੰ ਵੀ ਇਹ ਰਿਕਵਰੀ ਬੈਨੀਫਿਟ ਦਿੱਤਾ ਜਾਵੇਗਾ। ਸੀਨੀਅਰ ਸਪਲੀਮੈਂਟ ਲੈਣ ਵਾਲੇ ਬਜ਼ੁਰਗਾਂ ਨੂੰ ਜਨਵਰੀ 2021 ਤੋਂ ਮਾਰਚ 2021 ਤੱਕ $150 ਪ੍ਰਤੀ ਮਹੀਨਾ ਹੋਰ ਵਾਧੂ ਰਿਕਵਰੀ ਬੈਨੀਫਿਟ ਮਿਲੇਗਾ। 18 ਦਸੰਬਰ 2020 ਤੋਂ ਇਸ ਦੇ ਲਈ ਅਰਜ਼ੀਆਂ ਦਿੱਤੀਆਂ ਜਾ ਸਕਣਗੀਆਂ। ਜਿਨ੍ਹਾਂ ਨੂੰ ਫੋਨ ਤੇ ਮਦਦ ਦੀ ਲੋੜ ਹੈ ਉਹ 21 ਦਸੰਬਰ ਤੋਂ ਇੱਕ ਏਜੰਟ ਰਾਹੀਂ ਆਪਣੀ ਅਰਜ਼ੀ ਪੂਰੀ ਕਰ ਸਕਦੇ ਨੇ। ਇਸ ਐਪਲੀਕੇਸ਼ਨ ਨੂੰ ਅਪਲਾਈ ਕਰਨ ਦੇ ਵਾਸਤੇ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ। ਕੀ ਹਨ ਇਹ ਸ਼ਰਤਾਂ ਤੁਹਾਨੂੰ ਦੱਸਦੇ ਹਾਂ। ਜੋ ਅਪਲਾਈ ਕਰਨ ਵਾਲਾ ਵਿਅਕਤੀ ਹੈ ਉਹ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਹੋਣਾ ਚਾਹੀਦਾ ਹੈ। ਘੱਟੋ ਘੱਟ ਉਮਰ 19 ਸਾਲ ਦੀ ਹੋਵੇ। 2019 ਦੀ ਟੈਕਸ ਰਿਟਰਨ ਭਰੀ ਹੋਵੇ। 2019 ਦਾ ਇਨਕਮ ਟੈਕਸ ਦਾ ਨੋਟਿਸ ਆਫ ਅਸੈਸਮੈਂਟ ਹਾਸਲ ਕੀਤਾ ਹੋਵੇ। ਉਸ ਵਿਅਕਤੀ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ ਹੋਵੇ। ਬੈਂਕ ਦੇ ਵਿੱਚ ਪੈਸੇ ਸਿੱਧੇ ਜਮ੍ਹਾਂ ਕਰਾਉਣ ਦੀ ਜਾਣਕਾਰੀ ਹੋਵੇ। ਬ੍ਰਿਟਿਸ਼ ਕੋਲੰਬੀਆ ਦਾ ਉਸ ਕੋਲ ਡਰਾਈਵਿੰਗ ਲਾਇਸੈਂਸ ਹੋਵੇ। ਐਪਲੀਕੇਸ਼ਨ ਵੈਬਸਾਈਟ ਤੇ ਭਰੀ ਜਾ ਸਕਦੀ ਹੈ ਜੋ gov.bc.ca/recovery benefit ਹੈ। ਫੋਨ ਤੇ ਵੀ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਜਿਸ ਦਾ ਨੰਬਰ 1833882002 ਦਿੱਤਾ ਗਿਆ ਹੈ। ਇੱਕ ਹੋਰ ਨਵੀਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਹੈ।
ਅੱਜ ਇਸ ਨੂੰ ਐਲਾਨਿਆ ਗਿਆ ਹੈ, ਜਿਸ ਦੇ ਵਿੱਚ 5000 ਕੈਂਡੀਡੇਟਸ ਨੂੰ ਸੱਦਾ ਦਿੱਤਾ ਗਿਆ ਹੈ, ਜਾਣੀ ਕਿ ਇਨਵੀਟੇਸ਼ਨ ਭੇਜਿਆ ਗਿਆ ਹੈ। ਕੈਨੇਡਾ ਦੇ ਵਿੱਚ ਨਵਾਂ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ, ਜਿਸ ਤਹਿਤ 5000 ਇਨਵੀਟੇਸ਼ਨ ਦਿੱਤੇ ਗਏ। ਅੱਜ ਇੱਕ ਹੋਰ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਵਾਸਤੇ ਕੈਂਡੀਡੇਟਸ ਨੂੰ ਘੱਟੋ ਘੱਟ 469 CRS ਸਕੋਰਸ ਦੀ ਜ਼ਰੂਰਤ ਸੀ। ਇਸ ਦੇ ਨਾਲ ਹੀ ਇਸ ਸਾਲ ਦਿੱਤੇ ਗਏ ਇਨਵੀਟੇਸ਼ਨਸ ਟੂ ਅਪਲਾਈ ਦੀ ਗਿਣਤੀ 1,23,050 ਹੋ ਗਈ ਹੈ। ਐਕਸਪ੍ਰੈਸ ਐਂਟਰੀ ਕੈਨੇਡਾ ਦੀ ਇਮੀਗ੍ਰੇਸ਼ਨ ਐਪਲੀਕੇਸ਼ਨ ਦਾ ਮੈਨੇਜਮੈਂਟ ਸਿਸਟਮ ਹੈ। ਇਸ ਅਧੀਨ 3 ਫੈਡਰਲ ਇਕਨੋਮਿਕ ਕਲਾਸ ਪ੍ਰੋਗਰਾਮ ਆਉਂਦੇ ਹਨ, ਜੋ ਕਿ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਹਨ। ਪੁਆਇੰਟਸ ਉਮੀਦਵਾਰ ਨੂੰ ਉਮਰ, ਪੜ੍ਹਾਈ, ਵਰਕ ਐਕਸਪੀਰੀਅੰਸ ਅਤੇ ਲੈਂਗੁਏਜ ਐਬਿਲਿਟੀ ਦੇ ਮੁਤਾਬਕ ਦਿੱਤੇ ਜਾਂਦੇ ਨੇ। ਜ਼ਿਆਦਾ ਸਕੋਰ ਲੈਣ ਵਾਲੇ ਕੈਂਡੀਡੇਟਸ ਨੂੰ ITA ਦਿੱਤਾ ਜਾਂਦਾ ਹੈ। 469 CRS ਸਕੋਰ ਕਰਨ ਵਾਲਿਆਂ ਨੂੰ ਆਪਣੀ ਪ੍ਰੋਫਾਈਲ ਜਮ੍ਹਾਂ ਕਰਨੀ ਹੁੰਦੀ ਹੈ। ਸੋ ਇਸ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਵੀ 5000 ਉਮੀਦਵਾਰ ਜਾਨੀ ਕੈਂਡੀਡੇਟਸ ਨੂੰ ਸੱਦਾ ਦਿੱਤਾ ਗਿਆ ਹੈ। ਕੋਵਿਡ-19 ਵਾਇਰਸ ਦੀ ਲਪੇਟ ਦੇ ਵਿੱਚ ਬਹੁਤ ਸਾਰੇ ਇਨਸਾਨ ਆ ਚੁੱਕੇ ਨੇ, ਕੁਝ ਇਸ ਤੋਂ ਠੀਕ ਹੋ ਚੁੱਕੇ ਨੇ, ਕੁਝ ਦੀ ਜਾਨ ਵੀ ਇਸ ਵਾਇਰਸ ਕਾਰਨ ਜਾ ਚੁੱਕੀ ਹੈ ਤੇ ਕਈ ਅਜੇ ਵੀ ਹਸਪਤਾਲਾਂ ਦੇ ਵਿੱਚ ਨੇ ਜਾਂ ਕਈਆਂ ਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੈ। ਸੋ ਇਨਸਾਨਾਂ ਦੇ ਵਿੱਚ ਇਸ ਵਾਇਰਸ ਦੀਆਂ ਖਬਰਾਂ ਤਾਂ ਅਸੀਂ ਅਕਸਰ ਹੀ ਸੁਣਦੇ ਰਹਿੰਦੇ ਹਾਂ, ਪਰ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਜਿਹੜੇ ਜਾਨਵਰ ਨੇ ਉਹ ਵੀ ਕੋਵਿਡ ਪੋਜ਼ਿਟਿਵ ਪਾਏ ਗਏ ਨੇ। ਦਰਅਸਲ ਸਪੇਨ ਦਾ ਇੱਕ ਚਿੜੀਆ ਘਰ ਹੈ ਜਿੱਥੇ ਦੇ 4 ਸ਼ੇਰ ਕਰੋਨਾ ਦੀ ਲਪੇਟ ਦੇ ਵਿੱਚ ਆਏ ਨੇ। ਨਾਲ ਦੀ ਨਾਲ 2 ਕਰਮਚਾਰੀ ਵੀ ਇਸ ਵਾਇਰਸ ਦੇ ਨਾਲ ਗ੍ਰਸਤ ਪਾਏ ਗਏ ਨੇ। ਸੋ ਜਾਣਕਾਰੀ ਤੁਹਾਡੇ ਨਾਲ ਇਸ ਦੇ ਨਾਲ ਸੰਬੰਧਿਤ ਸਾਂਝੀ ਕਰਾਂਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨਿਊਯਾਰਕ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆ ਚੁੱਕਾ ਹੈ। ਆਏ ਦਿਨ ਕੋਵਿਡ ਵਾਇਰਸ ਦੇ ਬਾਰੇ ਵਿੱਚ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਲਪੇਟ ਦੇ ਵਿੱਚ ਇਨਸਾਨ ਤਾਂ ਆਏ ਹੀ, ਉਹਨਾਂ ਦੇ ਨਾਲ ਜਾਨਵਰ ਵੀ ਕਰੋਨਾ ਪੋਜ਼ਿਟਿਵ ਪਾਏ ਜਾ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸਪੇਨ ਤੋਂ, ਜਿੱਥੇ ਸਪੈਨਿਸ਼ ਚਿੜੀਆ ਘਰ ਦੇ ਵਿੱਚ ਹੁਣ 4 ਸ਼ੇਰਾਂ ਨੂੰ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਪਾਇਆ ਗਿਆ। ਦੁਨੀਆ ਭਰ ਦੇ ਵਿੱਚ 6 ਕਰੋੜ ਤੋਂ ਵੱਧ ਲੋਕ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਉੱਥੇ ਹੀ ਕਰੋਨਾ ਜਾਨਵਰਾਂ ਦੇ ਵਿੱਚ ਵੀ ਦਿਖਾਈ ਦੇ ਰਿਹਾ ਹੈ। ਸਪੇਨ ਦੇ ਬਾਰਸੀਲੋਨਾ ਚਿੜੀਆ ਘਰ ਦੇ ਵਿੱਚ ਕੁਝ ਜਾਨਵਰਾਂ 'ਚ ਕਰੋਨਾ ਦੇ ਲੱਛਣ ਦਿਖਾਈ ਦਿੱਤੇ, ਜਿਸ ਤੋਂ ਬਾਅਦ ਸ਼ੇਰਾਂ ਦੇ ਟੈਸਟ ਕੀਤੇ ਗਏ ਅਤੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ। ਬਾਰਸੀਲੋਨਾ ਚਿੜੀਆ ਘਰ ਦੇ ਵੈਟਰਨਰੀ ਅਥਾਰਟੀ ਦੇ ਅਨੁਸਾਰ ਜ਼ਾਲਾ, ਨੀਮਾ ਅਤੇ ਰਨਰਨ ਨਾਮ ਦੀਆਂ 3 ਸ਼ੇਰੀਆਂ ਅਤੇ ਕਿੰਬੇ ਨਾਮ ਦੇ ਸ਼ੇਰ ਨੂੰ ਕਰੋਨਾ ਹੋ ਗਿਆ। ਇਸ ਦੇ ਨਾਲ ਚਿੜੀਆ ਘਰ ਦੇ ਵਿੱਚ ਜਾਨਵਰਾਂ ਦੀ ਰਾਖੀ ਦੇ ਲਈ ਕੰਮ ਕਰ ਰਹੇ 2 ਕਰਮਚਾਰੀ ਵੀ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆਏ ਹਨ। ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਸ਼ੇਰਾਂ ਦੇ ਵਿੱਚ ਇਹ ਵਾਇਰਸ ਕਿਵੇਂ ਆਇਆ। ਵੈਟਰਨਰੀ ਅਥਾਰਟੀਜ਼ ਦਾ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਕਰਵਾ ਰਹੇ ਹਨ। ਇਸ ਤੋਂ ਪਹਿਲਾਂ ਅਪ੍ਰੈਲ ਦੇ ਵਿੱਚ ਨਿਊਯਾਰਕ 'ਚ 4 ਬਾਘ ਅਤੇ 3 ਸ਼ੇਰ ਕਰੋਨਾ ਦੇ ਨਾਲ ਸੰਕਰਮਿਤ ਹੋਏ ਸਨ। ਕੈਨੇਡਾ 'ਚ ਲਗਾਤਾਰ ਕੋਵਿਡ-19 ਦੇ ਮਾਮਲੇ ਵਧ ਰਹੇ ਨੇ। ਅਜਿਹੇ ਦੇ ਵਿੱਚ ਇੱਕ ਰਾਹਤ ਦੀ ਖਬਰ ਜ਼ਰੂਰ ਹੈ ਕਿ ਹੁਣ ਵੈਕਸੀਨੇਸ਼ਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਸਕਦਾ ਹੈ ਕੈਨੇਡਾ ਦੇ ਵਿੱਚ, ਕਿਉਂਕਿ ਫਾਈਜ਼ਰ ਟੀਕੇ ਨੂੰ ਅਪਰੂਵਲ ਜਿਹੜਾ ਹੈ ਹੈਲਥ ਕੈਨੇਡਾ ਵੱਲੋਂ ਮਿਲ ਗਿਆ। ਪਰ ਅਜੇ ਤੱਕ ਜਦੋਂ ਤੱਕ ਇਹ ਟੀਕਾ ਨਹੀਂ ਲਗਾਉਣਾ ਸ਼ੁਰੂ ਕੀਤਾ ਜਾਂਦਾ, ਉਦੋਂ ਤੱਕ ਇਸ ਵਾਇਰਸ ਤੋਂ ਬਚਾਅ ਕਰਨਾ ਬੇਹੱਦ ਜ਼ਰੂਰੀ ਹੈ। ਅਜਿਹੇ ਦੇ ਵਿੱਚ ਖਬਰ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ ਨੇ, ਕੈਨੇਡਾ ਦੇ ਵਿੱਚ ਕੀ ਕੇਸਿਸ ਓਵਰਵਿਊ ਹੈ, ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ। ਓਨਟਾਰੀਓ ਤੋਂ ਕੋਵਿਡ ਦੇ 1890 ਮਾਮਲੇ ਆਉਣ ਦੇ ਨਾਲ 28 ਮੌਤਾਂ ਵੀ ਹੋਈਆਂ ਹਨ। ਇਹਨਾਂ ਨਵੇਂ ਆਏ ਮਾਮਲਿਆਂ ਦੇ ਨਾਲ ਗਿਣਤੀ 1,32,800 ਹੋ ਗਈ ਹੈ। ਟੋਰਾਂਟੋ ਦੇ ਵਿੱਚ 517, ਪੀਲ ਰੀਜਨ ਦੇ ਵਿੱਚ 471, ਯਾਰਕ ਰੀਜਨ ਦੇ ਵਿੱਚ 187, ਹਾਲਟਨ ਰੀਜਨ ਦੇ ਵਿੱਚ 94 ਕੇਸ ਪਾਏ ਗਏ ਹਨ। 811 ਮਰੀਜ਼ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚੋਂ 221 ਇੰਟੈਂਸਿਵ ਕੇਅਰ ਅਧੀਨ ਹਨ। 48,546 ਟੈਸਟ ਕੀਤੇ ਜਾ ਚੁੱਕੇ ਨੇ। ਇੱਥੇ 1,840 ਦੇ ਕਰੀਬ ਐਕਟਿਵ ਕੇਸਿਸ ਨੇ। ਕਿਊਬੈਕ ਦੇ ਵਿੱਚ 1,728 ਨਵੇਂ ਕੇਸ ਰਿਪੋਰਟ ਹੋਏ ਅਤੇ 37 ਮੌਤਾਂ ਵੀ ਦਰਜ ਕੀਤੀਆਂ ਗਈਆਂ ਨੇ। ਮੈਨੀਟੋਬਾ ਤੋਂ 280 ਮਾਮਲੇ ਰਿਕਾਰਡ ਹੋਏ ਹਨ। ਨਾਲ ਦੀ ਨਾਲ 18 ਮੌਤਾਂ ਵੀ ਇੱਥੇ ਇਸ ਵਾਇਰਸ ਕਾਰਨ ਹੋਈਆਂ ਨੇ। ਇੱਥੇ 300 ਲੋਕ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਚੋਂ 38 ਇੰਟੈਂਸਿਵ ਕੇਅਰ ਅਧੀਨ ਹਨ। ਇਹ ਜਾਣਕਾਰੀ ਹੈਲਥ ਆਫੀਸ਼ੀਅਲਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਕੁੱਲ 19,655 ਹੁਣ ਤੱਕ ਇੱਥੇ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ, ਜਿਨ੍ਹਾਂ ਵਿੱਚੋਂ 5,348 ਐਕਟਿਵ ਕੇਸ ਨੇ। ਹੁਣ ਤੱਕ ਕੈਨੇਡਾ ਦੇ ਵਿੱਚ 4,33,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 12,954 ਦੇ ਕਰੀਬ ਲੋਕਾਂ ਦੀ ਜਾਂਚ ਆ ਚੁੱਕੀ ਹੈ। 3,48,000 ਦੇ ਕਰੀਬ ਇੱਥੇ ਰਿਕਵਰਡ ਕੇਸਿਸ ਹਨ।
ਐਪਲ ਸਮੇਂ-ਸਮੇਂ ਦੇ ਉੱਪਰ ਆਪਣੇ ਨਵੇਂ ਗੈਜਟਸ ਮਾਰਕੀਟ ਦੇ ਵਿੱਚ ਉਤਾਰਦਾ ਰਹਿੰਦਾ ਹੈ। ਅਜਿਹੇ ਦੇ ਵਿੱਚ 에ਅਰਪੌਡ ਮੈਕਸ ਵੀ ਉਹਨਾਂ ਵੱਲੋਂ ਲਾਂਚ ਕੀਤੇ ਗਏ ਨੇ। ਇਸ ਦੇ ਲਈ ਕੋਈ ਅਲੱਗ ਇਵੈਂਟ ਨਹੀਂ ਕਰਵਾਇਆ ਗਿਆ। ਪਹਿਲਾਂ ਤਾਂ ਇਹ ਜਾਣਕਾਰੀ ਮਿਲ ਰਹੀ ਸੀ ਕਿ ਆਈਫੋਨ 12 ਸੀਰੀਜ਼ ਦੇ ਨਾਲ ਹੀ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ। ਸੋ ਇਸ ਦੀ ਕੀਮਤ $779 ਰੱਖੀ ਗਈ ਹੈ। ਇਸ ਵਿੱਚ ਕੀ ਫੀਚਰ ਨੇ, ਕੀ ਖਾਸ ਹੈ ਇਸ ਦੇ ਵਿੱਚ, ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਖਬਰ ਦੇ ਵਿੱਚ। ਐਪਲ ਆਪਣੇ ਨਵੇਂ ਗੈਜਟਸ ਸਮੇਂ-ਸਮੇਂ ਮਾਰਕੀਟ ਦੇ ਵਿੱਚ ਉਤਾਰਦਾ ਰਹਿੰਦਾ ਹੈ ਤੇ ਹੁਣ ਐਪਲ ਨੇ ਓਵਰ ਦਾ ਈਅਰ ਹੈਡਫੋਨ ਜਾਣੀ ਕਿ 에ਅਰਪੌਡ ਮੈਕਸ ਲਾਂਚ ਕਰ ਦਿੱਤੇ ਨੇ। ਇਸ ਦੇ ਵਿੱਚ ਕੁਝ ਖਾਸ ਫੀਚਰ ਰੱਖੇ ਗਏ ਨੇ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ $779 ਰੱਖੀ ਗਈ ਹੈ। ਪਹਿਲਾਂ ਤਾਂ ਇਸ ਨੂੰ ਆਈਫੋਨ 12 ਸੀਰੀਜ਼ ਦੇ ਨਾਲ ਲਾਂਚ ਕਰਨ ਦੀਆਂ ਖਬਰਾਂ ਆ ਰਹੀਆਂ ਸਨ, ਪਰ ਇਸ ਨੂੰ ਅਲੱਗ ਹੀ ਲਾਂਚ ਕੀਤਾ ਗਿਆ ਅਤੇ ਕੋਈ ਇਵੈਂਟ ਵੀ ਨਹੀਂ ਕੀਤਾ ਗਿਆ। ਇਹਨਾਂ 에ਅਰਪੌਡ ਮੈਕਸ ਦੇ ਵਿੱਚ ਅਡੈਪਟਿਵ EQ ਦੇ ਨਾਲ ਨੋਇਸ ਕੈਂਸਲੇਸ਼ਨ ਦਾ ਵੀ ਫੀਚਰ ਹੈ। ਇਸ ਵਿੱਚ H1 ਚਿਪ ਵੀ ਲਗਾਈ ਗਈ ਹੈ। ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਦੇ ਵਿੱਚ ਸਪੈਟੀਅਲ ਆਡੀਓ ਟ੍ਰਾਂਸਪੇਰੈਂਸੀ ਮੋਡ ਵਰਗੇ ਐਡਵਾਂਸ ਫੀਚਰ ਵੀ ਦਿੱਤੇ ਗਏ ਹਨ। ਇਹਨਾਂ ਨੂੰ 5 ਕਲਰਸ ਦੇ ਵਿੱਚ ਜਾਣੀ ਰੰਗਾਂ ਦੇ ਵਿੱਚ ਲਾਂਚ ਕੀਤਾ ਗਿਆ ਹੈ, ਜੋ ਹਨ ਸਪੇਸ ਗ੍ਰੇ, ਸਿਲਵਰ, ਸਕਾਈ ਬਲੂ, ਗ੍ਰੀਨ ਅਤੇ ਪਿੰਕ। ਅਮਰੀਕਾ ਦੇ ਵਿੱਚ ਇਸ ਦੇ ਪ੍ਰੀ ਆਰਡਰ ਅੱਜ ਤੋਂ ਸ਼ੁਰੂ ਹੋ ਜਾਣਗੇ, ਪਰ ਇਹਨਾਂ ਨੂੰ 15 ਦਸੰਬਰ ਤੋਂ ਹੀ ਵੇਚਿਆ ਜਾਵੇਗਾ। ਇਹਨਾਂ ਵਿੱਚ ਡਿਜੀਟਲ ਕਰਾਊਨ ਦਿੱਤਾ ਗਿਆ ਹੈ ਤੇ ਇਸ ਬਾਰੇ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਡਿਜੀਟਲ ਕਰਾਊਨ ਐਪਲ ਵਾਚ ਦੇ ਨਾਲ ਇਨਸਪਾਇਰਡ ਹੈ। ਇਸ ਕਰਾਊਨ ਦੇ ਨਾਲ ਯੂਜ਼ਰਸ ਵੋਲਿਊਮ ਕੰਟਰੋਲ ਕਰ ਸਕਦੇ ਹਨ। ਐਪਲ ਵਾਚ ਦੀ ਤਰ੍ਹਾਂ ਹੀ ਦਿੱਤੇ ਗਏ ਕਰਾਊਨ ਦੇ ਨਾਲ ਪਲੇ ਜਾਂ ਫਿਰ ਪੌਜ਼ ਕੀਤਾ ਜਾ ਸਕਦਾ ਹੈ। ਆਡੀਓ ਟਰੈਕਸ ਨੂੰ ਸਕਿਪ ਕੀਤਾ ਜਾ ਸਕਦਾ ਹੈ, ਕਾਲ ਦਾ ਜਵਾਬ ਦੇ ਸਕਦੇ ਹੋ ਅਤੇ ਐਡ ਕਰ ਸਕਦੇ ਹੋ। ਇਸ ਕਰਾਊਨ ਦੇ ਨਾਲ ਸੀਰੀ ਵੀ ਐਕਟਿਵ ਕੀਤਾ ਜਾ ਸਕਦਾ ਹੈ। ਨਾਲ ਹੀ ਟੈਲੀਸਕੋਪਿੰਗ ਹੈਡਬੈਂਡ ਅਲਾਰਮਸ ਦਿੱਤੇ ਗਏ ਹਨ, ਜਿਸ ਦੇ ਨਾਲ ਆਸਾਨੀ ਨਾਲ ਐਕਸਟੈਂਡ ਕੀਤਾ ਜਾ ਸਕਦਾ ਹੈ। ਆਡੀਓ ਕੁਆਲਿਟੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 40 mm ਦੇ ਡਾਇਨਾਮਿਕ ਡਰਾਈਵਰ ਦਿੱਤੇ ਗਏ ਹਨ, ਜਿਸ ਨੂੰ ਐਪਲ ਨੇ ਹੀ ਡਿਜ਼ਾਈਨ ਕੀਤਾ ਹੈ। ਇਹਨਾਂ ਨੂੰ ਆਈਫੋਨ ਦੇ ਨਾਲ ਕਨੈਕਟ ਕਰਨਾ 에ਅਰਪੌਡਸ ਜਿੰਨਾ ਹੀ ਆਸਾਨ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਦੀ ਬੈਟਰੀ 20 ਘੰਟੇ ਤੱਕ ਬੈਕਅਪ ਦੇ ਸਕਦੀ ਹੈ। ਅਮਰੀਕਾ ਇਸ ਸਮੇਂ ਕੋਵਿਡ-19 ਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ। ਅਜਿਹੇ ਦੇ ਵਿੱਚ ਹੁਣ ਜੋ ਬਾਈਡਨ, ਜੋ 20 ਜਨਵਰੀ ਨੂੰ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕਣ ਜਾ ਰਹੇ ਨੇ, ਉਹਨਾਂ ਵਾਸਤੇ ਇਹ ਕਾਫੀ ਚੁਣੌਤੀਪੂਰਨ ਹੋਏਗਾ ਕਿ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ। ਅਜਿਹੇ 'ਚ ਹੁਣ ਜੋ ਬਾਈਡਨ ਨੇ ਇੱਕ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਆਪਣੇ ਸ਼ੁਰੂਆਤੀ 100 ਦਿਨਾਂ ਦੇ ਵਿੱਚ ਉਹ ਕਾਫੀ ਸਖਤੀ ਦਿਖਾਉਣਗੇ, ਮਾਸਕ ਪਾਉਣ ਨੂੰ ਲੈ ਕੇ ਵੀ ਉਹ ਸਖਤ ਨਜ਼ਰ ਆਉਣਗੇ ਤੇ ਨਾਲ ਦੀ ਨਾਲ ਬਹੁਤ ਵੱਡੇ ਵਰਗ ਨੂੰ, ਅਮਰੀਕਨਸ ਨੂੰ ਜੋ ਵੈਕਸੀਨੇਸ਼ਨ ਹੈ ਉਹ ਲਗਾਈ ਜਾਏਗੀ। ਸੋ ਡੀਟੇਲ ਤੁਹਾਡੇ ਨਾਲ ਇਸ ਖਬਰ 'ਚ ਸਾਂਝੀ ਕਰਾਂਗੇ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਦਾ ਪ੍ਰਭਾਵ ਹੈ। ਇਸ ਦੇ ਚੱਲਦਿਆਂ ਜੋ ਬਾਈਡਨ ਨੇ ਦਾਅਵਾ ਕੀਤਾ ਹੈ ਕਿ ਦਫ਼ਤਰ ਸੰਭਾਲਦਿਆਂ ਹੀ 100 ਦਿਨਾਂ ਦੇ ਅੰਦਰ 10 ਕਰੋੜ ਅਮਰੀਕਨਸ ਨੂੰ ਕੋਵਿਡ-19 ਵੈਕਸੀਨ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਵੱਲੋਂ ਇਸ ਬਾਰੇ ਵਿੱਚ ਪਲਾਨ ਤਿਆਰ ਕੀਤਾ ਜਾ ਚੁੱਕਾ ਹੈ। ਸੋ ਕਰੋਨਾ ਵਾਇਰਸ ਦੇ ਨਾਲ ਅਮਰੀਕਾ ਦੇ ਵਿੱਚ ਜੋ ਹਾਲਾਤ ਬਣੇ ਹਨ, ਉਹਨਾਂ ਨੂੰ ਸੰਭਾਲਣ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੋਜਨਾ ਤਿਆਰ ਕਰ ਲਈ ਹੈ। ਇਸ ਦੇ ਤਹਿਤ ਉਹਨਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਸ਼ੁਰੂਆਤੀ 100 ਦਿਨ ਦੇ ਵਿਚਕਾਰ 100 ਮਿਲੀਅਨ ਅਮਰੀਕਨਸ ਨੂੰ ਵੈਕਸੀਨੇਸ਼ਨ ਦਾ ਪ੍ਰੋਗਰਾਮ ਬਣਾਇਆ ਹੈ। ਇਸ ਦੇ ਨਾਲ ਹੀ ਬਾਈਡਨ ਸਰਕਾਰ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਆਪਣੀ ਯੋਜਨਾ ਸ਼ੁਰੂ ਕਰ ਦੇਵੇਗੀ ਤੇ ਮਾਸਕ ਪਾਉਣ ਦੇ ਪ੍ਰਤੀ ਸਖਤ ਨਜ਼ਰ ਆਵੇਗੀ। ਬਾਈਡਨ ਨੇ ਆਪਣੀ ਹੈਲਥ ਟੀਮ ਦਾ ਰਸਮੀ ਐਲਾਨ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਬਾਈਡਨ ਨੇ ਦੇਸ਼ ਦੇ ਪਹਿਲੇ ਸੈਕਟਰੀ ਆਫ ਡਿਫੈਂਸ ਦੇ ਤੌਰ ਤੇ ਰਿਟਾਇਰਡ ਆਰਮੀ ਜਨਰਲ ਲੋਇਡ ਆਸਟਿਨ ਨੂੰ ਨੋਮੀਨੇਟ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ। ਦੱਸੀਏ ਕਿ 20 ਜਨਵਰੀ ਨੂੰ ਆਪਣਾ ਅਹੁਦਾ ਜੋ ਬਾਈਡਨ ਸੰਭਾਲਣਗੇ ਤੇ ਉਹਨਾਂ ਕਿਹਾ ਹੈ ਕਿ 100 ਦਿਨਾਂ ਦੇ ਵਿੱਚ ਅਸੀਂ ਬਿਮਾਰੀ ਦੀ ਦਿਸ਼ਾ ਹੀ ਬਦਲ ਦੇਵਾਂਗੇ, ਜਾਣੀ ਕਿ 100 ਦਿਨਾਂ ਦੇ ਅੰਦਰ ਹੀ ਅਮਰੀਕਾ ਦੇ ਵਿੱਚ ਜੋ ਕੋਵਿਡ-19 ਦੇ ਹਾਲਾਤ ਬਣੇ ਹੋਏ ਨੇ ਉਹ ਬਿਲਕੁਲ ਬਦਲ ਜਾਣਗੇ। ਅਮਰੀਕਾ 'ਚ ਲੋਕਾਂ ਦੀ ਜ਼ਿੰਦਗੀ 'ਚ ਵਧੀਆ ਬਦਲਾਅ ਆਵੇਗਾ। ਦੱਸ ਦਈਏ ਕਿ ਹੁਣ ਤੱਕ ਇਸ ਪੈਂਡੇਮਿਕ ਦੇ ਕਾਰਨ 2,83,000 ਤੋਂ ਜ਼ਿਆਦਾ ਅਮਰੀਕਨਸ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਬੇਰੁਜ਼ਗਾਰ ਵੀ ਹੋ ਗਏ ਹਨ। ਇਲੈਕਸ਼ਨ ਕੈਂਪੇਨ ਦੇ ਦੌਰਾਨ ਡੋਨਲਡ ਟਰੰਪ ਵੱਲੋਂ ਨਾਅਰਾ ਦਿੱਤਾ ਗਿਆ ਅਮਰੀਕਾ ਫਸਟ ਦਾ। ਉਸ ਦੇ ਬਾਵਜੂਦ ਵੀ ਅਮਰੀਕਾ ਨੂੰ ਪਹਿਲ ਦੇ ਆਧਾਰ ਦੇ ਉੱਪਰ ਪ੍ਰਾਇੋਰਿਟੀ ਬੇਸਿਸ ਦੇ ਉੱਪਰ ਕਰੋਨਾ ਦੀ ਵੈਕਸੀਨ ਨਹੀਂ ਮਿਲੀ। ਅਜਿਹੇ ਦੇ ਵਿੱਚ ਹੁਣ ਡੋਨਲਡ ਟਰੰਪ ਵੱਲੋਂ ਇੱਕ ਜਿਹੜਾ ਆਰਡਰ ਹੈ ਉਸ ਨੂੰ ਸਾਈਨ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਅਮਰੀਕਾ ਨੂੰ ਪ੍ਰੈਫਰੈਂਸ ਦੇ ਆਧਾਰ ਦੇ ਉੱਪਰ, ਪ੍ਰਾਇੋਰਿਟੀ ਦੇ ਆਧਾਰ ਦੇ ਉੱਪਰ ਇਹ ਵੈਕਸੀਨੇਸ਼ਨ ਦਿੱਤੀ ਜਾਵੇ। ਸੋ ਇੱਕ ਸਮਿਟ ਕਰਵਾਇਆ ਗਿਆ ਸੀ ਵਾਈਟ ਹਾਊਸ ਦੇ ਵਿੱਚ, ਜਿਸ ਦੇ ਵਿੱਚ ਡਿਸਟ੍ਰੀਬਿਊਸ਼ਨ ਦੇ ਨਾਲ ਸੰਬੰਧਿਤ ਜਾਣਕਾਰੀ ਵੀ ਸਾਂਝੀ ਕੀਤੀ ਹੈ। ਇਸ ਖਬਰ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਅਮਰੀਕਾ ਨੂੰ ਹੁਣ ਜਲਦ ਕਰੋਨਾ ਦਾ ਟੀਕਾ ਮਿਲ ਸਕਦਾ ਹੈ। ਹੁਣ ਅਮਰੀਕਾ ਨੂੰ ਜਲਦ ਹੀ ਕੋਵਿਡ ਵੈਕਸੀਨ ਮਿਲੇਗਾ।
ਕੋਵਿਡ-19 ਟੀਕੇ ਦੀ ਡਿਸਟ੍ਰੀਬਿਊਸ਼ਨ ਸੰਬੰਧੀ ਆਰਡਰ ਦੇ ਉੱਪਰ ਟਰੰਪ ਨੇ ਸਾਈਨ ਕਰ ਦਿੱਤੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਸਰਕਾਰੀ ਆਦੇਸ਼ ਦੇ ਉੱਪਰ ਸਾਈਨ ਕੀਤੇ ਨੇ, ਜਿਸ ਦੇ ਮੁਤਾਬਕ ਦੂਜੇ ਦੇਸ਼ਾਂ ਦੀ ਮਦਦ ਕਰਨ ਤੋਂ ਪਹਿਲਾਂ ਅਮਰੀਕਨਸ ਨੂੰ ਕੋਵਿਡ-19 ਟੀਕਾ ਪਹਿਲ ਦੇ ਆਧਾਰ ਦੇ ਉੱਪਰ ਪਹੁੰਚਾਇਆ ਜਾਵੇਗਾ। ਟਰੰਪ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਉਹ ਇਸ ਸਭ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਨੂੰ ਕੋਵਿਡ-19 ਦਾ ਟੀਕਾ ਯਕੀਨੀ ਬਣਾਉਣ ਦੇ ਲਈ ਡਿਫੈਂਸ ਪ੍ਰੋਡਕਸ਼ਨ ਐਕਟ ਵੀ ਲਾਗੂ ਕਰਨਗੇ। ਇਸ ਕਾਨੂੰਨ ਦੇ ਜ਼ਰੀਏ ਰਾਸ਼ਟਰਪਤੀ ਪ੍ਰਾਈਵੇਟ ਕੰਪਨੀਆਂ ਨੂੰ ਪ੍ਰੋਡਕਸ਼ਨ ਵਧਾਉਣ ਦਾ ਆਰਡਰ ਦੇ ਸਕਣਗੇ। ਕੰਪਨੀਆਂ ਨੂੰ ਫੈਡਰਲ ਸਰਕਾਰ ਦੀਆਂ ਪ੍ਰੈਫਰੈਂਸਿਸ ਦੇ ਹਿਸਾਬ ਦੇ ਨਾਲ ਟੀਕੇ ਦਾ ਨਿਰਮਾਣ ਜਾਣੀ ਕਿ ਪ੍ਰੋਡਕਸ਼ਨ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਇਰਸ ਤੋਂ ਬਚਾਅ ਦੇ ਲਈ ਸਭ ਤੋਂ ਪਹਿਲਾਂ ਅਮਰੀਕੀ ਕੰਪਨੀਆਂ ਨੇ ਸੁਰੱਖਿਆ ਅਤੇ ਅਸਰਦਾਰ ਟੀਕਾ ਤਿਆਰ ਕੀਤਾ। ਟਰੰਪ ਨੇ ਵਾਈਟ ਹਾਊਸ ਦੇ ਵਿੱਚ ਇੱਕ ਸਮਿਟ ਕਰਵਾਇਆ, ਜਿੱਥੇ ਡਿਸਟ੍ਰੀਬਿਊਸ਼ਨ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਨਾਲ ਹੀ ਸਰਕਾਰੀ ਆਦੇਸ਼ ਦੇ ਉੱਪਰ ਦਸਤਖਤ ਕਰਦਿਆਂ ਟਰੰਪ ਨੇ ਕਿਹਾ ਕਿ ਇਕੱਠੇ ਮਿਲ ਕੇ ਅਸੀਂ ਜਲਦ ਹੀ ਕਰੋਨਾ ਨੂੰ ਖਤਮ ਕਰ ਦੇਵਾਂਗੇ ਅਤੇ ਦੇਸ਼ ਦੁਨੀਆ ਦੇ ਵਿੱਚ ਲੱਖਾਂ ਲੋਕਾਂ ਦੀ ਜਾਨ ਬਚਾਵਾਂਗੇ। ਇਸ ਦੇ ਲਈ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਇਸ ਟੀਕੇ ਦੀ ਪ੍ਰੋਡਕਸ਼ਨ ਅਤੇ ਡਿਸਟ੍ਰੀਬਿਊਸ਼ਨ ਦੇ ਸੰਬੰਧ ਦੇ ਵਿੱਚ ਆਪਰੇਸ਼ਨ ਰੈਪ ਸਪੀਡ ਦੀ ਸ਼ੁਰੂਆਤ ਕੀਤੀ ਸੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਕਰੋਨਾ ਟੀਕੇ ਨੂੰ ਡਿਵੈਲਪ ਕਰਨ ਦੇ ਲਈ $14 ਅਰਬ ਰਾਸ਼ੀ ਦੀ ਮਦਦ ਕੀਤੀ ਹੈ। ਉਹਨਾਂ ਮੁਤਾਬਕ ਸਰਕਾਰ ਦੀ ਮਦਦ ਦੇ ਬਾਅਦ ਦਵਾਈ ਕੰਪਨੀਆਂ ਫਾਈਜ਼ਰ ਅਤੇ ਮੋਡਰਨਾ ਨੂੰ ਟੀਕਾ ਵਿਕਸਿਤ ਕਰਨ ਦੇ ਵਿੱਚ ਮਦਦ ਮਿਲੀ। ਫਾਈਜ਼ਰ ਨੇ ਆਪਰੇਸ਼ਨ ਰੈਪ ਸਪੀਡ ਤੋਂ ਅਲੱਗ ਆਪਣਾ ਟੀਕਾ ਤਿਆਰ ਕੀਤਾ, ਪਰ ਇਸ ਦੀ ਪ੍ਰੋਡਕਸ਼ਨ ਐਂਡ ਡਿਸਟ੍ਰੀਬਿਊਸ਼ਨ ਦੇ ਲਈ ਉਸਨੇ ਅਮਰੀਕੀ ਸਰਕਾਰ ਦੇ ਨਾਲ ਤਾਲਮੇਲ ਕੀਤਾ ਹੈ। ਬ੍ਰਿਟੇਨ ਦੇ ਵਿੱਚ ਕੋਵਿਡ-19 ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ। 90 ਸਾਲਾ ਔਰਤ ਨੂੰ ਪਹਿਲਾ ਕਰੋਨਾ ਦਾ ਟੀਕਾ ਲਗਾਇਆ ਗਿਆ। ਅਜਿਹੇ 'ਚ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ 2 ਵਿਅਕਤੀਆਂ ਨੂੰ ਜਿਨ੍ਹਾਂ ਨੂੰ ਇਹ ਟੀਕਾ ਲਗਾਇਆ ਗਿਆ ਸੀ ਉਸ ਦੇ ਵਿੱਚ ਇਸ ਦੇ ਜੋ ਨੈਗੇਟਿਵ ਰਿਜ਼ਲਟ ਨਤੀਜੇ ਦੇਖਣ ਨੂੰ ਮਿਲ ਰਹੇ ਨੇ। ਦਰਅਸਲ ਇਹਨਾਂ ਦੇ ਵਿੱਚ ਐਲਰਜੀ ਪਾਈ ਗਈ ਹੈ ਤੇ ਹੁਣ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਜਿਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦੀ ਐਲਰਜੀ ਹੈ, ਚਾਹੇ ਉਹ ਖਾਣ ਪੀਣ ਦੇ ਨਾਲ ਸੰਬੰਧਿਤ ਹੋਵੇ ਜਾਂ ਫਿਰ ਕਿਸੇ ਹੋਰ ਚੀਜ਼ ਤੋਂ, ਉਹ ਇਹ ਜਿਹੜਾ ਕਰੋਨਾ ਦਾ ਟੀਕਾ ਹੈ ਉਸ ਨੂੰ ਲਗਾਉਣ ਤੋਂ ਫਿਲਹਾਲ ਪਰਹੇਜ਼ ਕਰਨ। ਸੋ ਇਹ ਜਾਣਕਾਰੀ ਤੁਹਾਡੇ ਨਾਲ ਕੀ ਪੂਰਾ ਮਾਮਲਾ ਹੈ ਦੱਸਾਂਗੇ ਇਸ ਖਬਰ ਦੇ ਵਿੱਚ। ਬ੍ਰਿਟੇਨ ਦੇ ਵਿੱਚ ਵੈਕਸੀਨੇਸ਼ਨ ਸ਼ੁਰੂ ਹੋ ਗਈ ਹੈ ਤੇ ਇਸ ਦੇ ਨਾਲ ਹੀ ਖਬਰ ਸਾਹਮਣੇ ਆਈ ਹੈ ਕਿ ਕਰੋਨਾ ਵੈਕਸੀਨ ਲਗਾਉਣ ਕਾਰਨ 2 ਲੋਕ ਬਿਮਾਰ ਹੋ ਗਏ ਹਨ। ਕਰੋਨਾ ਵਾਇਰਸ ਇਨਫੈਕਸ਼ਨ ਕਾਫੀ ਵੱਧ ਚੁੱਕਿਆ ਹੈ। ਅਜਿਹੇ ਦੇ ਵਿੱਚ ਕਰੋਨਾ ਤੋਂ ਬਚਾਅ ਦੇ ਲਈ ਲੋਕ ਜਲਦ ਤੋਂ ਜਲਦ ਵੈਕਸੀਨ ਲਗਵਾ ਕੇ ਆਪਣੇ ਆਪ ਨੂੰ ਸੇਫ ਕਰਨਾ ਚਾਹੁੰਦੇ ਨੇ, ਪਰ ਬ੍ਰਿਟੇਨ ਦੇ ਵਿੱਚ ਕਰੋਨਾ ਦੀ ਫਾਈਜ਼ਰ ਵੈਕਸੀਨ ਦੇ ਨਾਲ 2 ਲੋਕ ਬਿਮਾਰ ਹੋ ਗਏ ਹਨ। ਇਹ ਦੋਵੇਂ ਮਰੀਜ਼ ਬ੍ਰਿਟੇਨ ਦੇ ਹੈਲਥ ਵਰਕਰ ਹਨ। ਇਹਨਾਂ ਦੋਵਾਂ ਨੂੰ ਵੈਕਸੀਨ ਲਗਵਾਉਣ ਤੋਂ ਬਾਅਦ ਰਿਐਕਸ਼ਨ ਹੋ ਗਈ। ਇਸ ਖਬਰ ਦੀ ਪੁਸ਼ਟੀ ਨੈਸ਼ਨਲ ਹੈਲਥ ਨੇ ਵੀ ਕੀਤੀ ਹੈ। ਬ੍ਰਿਟਿਸ਼ ਸਿਹਤ ਅਧਿਕਾਰੀਆਂ ਨੇ ਕਿਹਾ ਕਿ 2 ਵਿਅਕਤੀਆਂ ਨੂੰ ਮੰਗਲਵਾਰ ਇਹ ਵੈਕਸੀਨ ਦਿੱਤੀ ਗਈ ਸੀ, ਜਿਸ ਵਿੱਚ ਐਡਵਰਸ ਪ੍ਰੋਸੈਸ ਦਿਖਾਈ ਦਿੱਤੀ। ਮੈਡੀਸਿਨ ਐਂਡ ਹੈਲਥ ਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਦੇ ਚੀਫ ਐਗਜ਼ੀਕਿਊਟਿਵ ਰॉय ਨੇ ਕਿਹਾ ਕਿ ਨਵੀਂ ਸਲਾਹ ਇਹ ਹੈ ਕਿ ਟੀਕੇ ਅਤੇ ਦਵਾਈਆਂ ਦੇ ਨਾਲ ਐਲਰਜੀ ਦੀ ਹਿਸਟਰੀ ਵਾਲੇ ਲੋਕਾਂ ਨੂੰ ਵੈਕਸੀਨ ਨਹੀਂ ਲਗਾਉਣੀ ਚਾਹੀਦੀ। ਯੂਕੇ ਦੀ ਮੈਡੀਕਲ ਰੈਗੂਲੇਟਰੀ ਏਜੰਸੀ ਦੇ ਪ੍ਰਮੁੱਖ ਡਾਕਟਰ ਜੂਨ ਰॉय ਨੇ ਕਿਹਾ ਕਿ ਅਸੀਂ ਐਲਰਜੀ ਸੰਬੰਧੀ 2 ਮਾਮਲਿਆਂ ਦੀ ਰਿਪੋਰਟ ਦੇਖ ਰਹੇ ਹਾਂ। ਉੱਥੇ ਇੰਗਲੈਂਡ ਦੇ ਮੈਡੀਕਲ ਡਾਇਰੈਕਟਰ ਸਟੀਫਨ ਨੇ ਸਾਵਧਾਨੀ ਦੇ ਤੌਰ ਦੇ ਉੱਪਰ ਸਲਾਹ ਦਿੱਤੀ ਹੈ ਕਿ ਐਲਰਜੀ ਦੀ ਹਿਸਟਰੀ ਵਾਲੇ ਲੋਕਾਂ ਨੂੰ ਇਹ ਟੀਕਾ ਅਜੇ ਨਹੀਂ ਲੈਣਾ ਚਾਹੀਦਾ। ਜਾਣਕਾਰੀ ਮੁਤਾਬਕ ਇਹਨਾਂ ਦੋਵੇਂ ਸਿਹਤ ਮੁਲਾਜ਼ਮਾਂ ਨੂੰ ਐਨਾਫਾਈਲੈਕਟੋਇਡ ਰਿਐਕਸ਼ਨ ਹੋਇਆ, ਜਿਸ ਤੋਂ ਬਾਅਦ ਬ੍ਰਿਟੇਨ ਦੀ ਰੈਗੂਲੇਟਰੀ ਏਜੰਸੀ ਨੇ ਚੇਤਾਵਨੀ ਜਾਰੀ ਕਰ ਦਿੱਤੀ ਕਿ ਅਜਿਹੇ ਕਿਸੇ ਵੀ ਵਿਅਕਤੀ ਜਿਸ ਨੂੰ ਕਿਸੇ ਦਵਾਈ, ਖਾਣਾ ਜਾਂ ਫਿਰ ਵੈਕਸੀਨ ਦੇ ਨਾਲ ਐਲਰਜੀ ਹੈ ਤਾਂ ਉਸ ਨੂੰ ਫਾਈਜ਼ਰ ਦੀ ਵੈਕਸੀਨ ਨਹੀਂ ਦੇਣੀ ਚਾਹੀਦੀ। ਦੱਸ ਦਈਏ ਕਿ ਬ੍ਰਿਟੇਨ ਦੇ ਵਿੱਚ ਸਿਹਤ ਮੁਲਾਜ਼ਮ ਅਤੇ ਬਜ਼ੁਰਗਾਂ ਨੂੰ ਸਭ ਤੋਂ ਪਹਿਲਾਂ ਜਾਣੀ ਕਿ ਪਹਿਲ ਦੇ ਆਧਾਰ ਦੇ ਉੱਪਰ ਇਹ ਟੀਕਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਕਰੋਨਾ ਟੀਕੇ ਨੂੰ ਮਿਲੀ ਮਨਜ਼ੂਰੀ, ਹੈਲਥ ਕੈਨੇਡਾ ਨੇ ਦਿੱਤੀ ਹਰੀ ਝੰਡੀ। ਬ੍ਰਿਟੇਨ ਦੇ ਵਿੱਚ ਟੀਕੇ ਬਾਰੇ ਅਲਰਟ ਹੋਇਆ ਜਾਰੀ, 2 ਲੋਕ ਹੋਏ ਟੀਕੇ ਕਾਰਨ ਬਿਮਾਰ। BC ਵਾਸੀਆਂ ਦੇ ਲਈ ਰਾਹਤ ਦੀ ਖਬਰ, ਹੁਣ ਮਿਲੇਗਾ ਰਿਕਵਰੀ ਬੈਨੀਫਿਟ। ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, 5000 ਉਮੀਦਵਾਰਾਂ ਨੂੰ ਮਿਲਿਆ ਸੱਦਾ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਮਾਮਲੇ ਸਾਹਮਣੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ। Thank you.